ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਨਵਨੀਤ ਸਿੰਘਲ ਫਰੋਮ ਮੌਸਕਨ ਇਮੀਗ੍ਰੇਸ਼ਨ ਇੰਡੀਆ ਆਫਿਸ ਤੋਂ ਲਾਈਵ। ਅੱਜ ਆਪਾਂ ਗੱਲ ਕਰਾਂਗੇ ਰਿਗਾਰਡਿੰਗ ਕੈਨੇਡਾ ਸਟੱਡੀ ਵੀਜ਼ਾ ਅਪਡੇਟਸ ਫॉर ਜਨਵਰੀ 2021 ਅਪਡੇਟਸ। ਠੀਕ ਹੈ, ਅਤੇ ਕੈਂਡੀਡੇਟਸ ਜਿਹੜੇ ਕਿ ਹੁਣ ਵੇਟ ਕਰ ਰਹੇ ਨੇ ਫॉर देयर ਵੀਜ਼ਾ ਅਪਰੂਵਲਸ ਔਰ ਦੇ ਵਾਂਟ ਟੂ ਟਰੈਵਲ ਇਨ ਕੈਨੇਡਾ, ਅੱਜ ਉਹਨਾਂ ਦੇ ਰਿਗਾਰਡਿੰਗ ਮੈਂ ਤੁਹਾਨੂੰ ਅਪਡੇਟ ਦਊਂਗਾ। ਸੋ ਆਮ ਜਸਟ ਵੇਟਿੰਗ ਫॉर 2 ਮਿੰਟਸ ਕਿ ਜਿਹੜੇ ਵੀ ਚਾਹਵਾਨ ਨੇ ਇਸ ਇਨਫੋਰਮੇਸ਼ਨ ਨੂੰ ਲੈਣ ਦੇ ਬਾਰੇ ਉਹ ਜੁਆਇਨ ਕਰ ਲੈਣ। ਅਦਰਵਾਈਜ਼ ਇਹ ਜਿਹੜਾ ਸੈਸ਼ਨ ਹੈ ਸਾਡੇ ਪੇਜ 'ਤੇ ਰਿਕਾਰਡ ਹੋ ਕੇ ਪੋਸਟ ਕੀਤਾ ਜਾਊਗਾ ਅਤੇ ਸਾਡੇ ਯੂਟਿਊਬ ਚੈਨਲ 'ਤੇ ਵੀ। ਸੋ ਆਮ ਜਸਟ ਵੇਟਿੰਗ ਫॉर 2 ਮਿੰਟਸ। ਮੈਂ ਜਸਟ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੇ ਵੀ ਕੈਂਡੀਡੇਟਸ ਇੱਥੇ ਕੁਐਸਚਨਸ ਪੁੱਛ ਰਹੇ ਆ, ਮੈਂ ਸਾਰਿਆਂ ਦੇ ਆਨਸਰਸ ਐਟ ਦੀ ਐਂਡ ਆਫ ਦ ਸੈਸ਼ਨ ਦਊਂਗਾ। ਅਤੇ ਜੇ ਕਿਸੇ ਦੇ ਕੁਐਰੀਜ਼ ਅਨਆਨਸਰਡ ਰਹਿ ਵੀ ਗਏ ਤਾਂ ਉਹ ਡਾਇਰੈਕਟ ਮੈਸੇਜ ਕਰ ਸਕਦੇ ਨੇ ਸਾਨੂੰ ਐਂਡ ਵੀ ਵਿਲ ਰਿਸਪੌਂਡ ਟੂ ਇਟ। ਅੱਜ ਦਾ ਜਿਹੜਾ ਅਸੀਂ ਸੈਸ਼ਨ ਹੈ ਅਸੀਂ ਪੰਜਾਬੀ 'ਚ ਰੱਖਿਆ ਬਿਕੋਜ਼ ਦਿਸ ਵਾਸ ਦ ਡਿਮਾਂਡ ਆਫ ਦ ਸਟੂਡੈਂਟਸ ਕਿ ਬਿਕੋਜ਼ ਜ਼ਿਆਦਾ ਪੰਜਾਬ ਦੇ ਸਟੂਡੈਂਟਸ ਹੁਣ ਦੇ ਵਾਂਟ ਟੂ ਗੋ ਟੂ ਕੈਨੇਡਾ। ਦੇ ਹੈਵ ਬੀਨ ਵੇਟਿੰਗ ਫॉर ਇਟ ਫॉर almost 1 year when this pandemic hit. ਅਤੇ ਅਸੀਂ ਤਾਂ ਕਰਕੇ ਵਾਲਾ ਜਿਹੜਾ ਸੈਸ਼ਨ ਹੈ ਵੀ ਆਰ ਕੀਪਿੰਗ ਇਟ ਇਨ ਪੰਜਾਬੀ, ਬਟ ਇਨ ਕੇਸ ਯੂ ਆਰ ਆਸਕਿੰਗ ਦੀ ਕੁਐਸਚਨਸ ਇਨ ਇੰਗਲਿਸ਼ ਆਈ ਵਿਲ ਰਿਸਪੌਂਡ ਦੈਮ ਇਨ ਇੰਗਲਿਸ਼ ਓਨਲੀ। ਓਕੇ, ਸੋ ਲੈਟਸ ਬਿਗਿਨ। ਜਿਹੜੀਆਂ ਮੇਜਰ ਅਪਡੇਟਸ ਨੇ ਮੈਂ ਸਿਰਫ ਉਹਨਾਂ ਦੀ ਹੀ ਗੱਲ ਕਰੂੰਗਾ ਤਾਂ ਕਿ ਜਿਹੜੇ ਕਿ ਮੇਨ ਪੁਆਇੰਟਸ ਨੇ ਸਾਰੇ ਸਟੂਡੈਂਟਸ ਨੂੰ ਕਲੀਅਰ ਹੋ ਜਾਣ। ਸੋ ਮੇਜਰ ਅਪਡੇਟ ਇਹੀ ਹੈ ਕਿ ਹੁਣ ਜਿਹੜੇ VFS ਹੈ ਦੇ ਹੈਵ ਸਟਾਰਟਡ ਦੇਅਰ ਆਪਰੇਸ਼ਨਸ ਇਨ ਇੰਡੀਆ and slowly VACs are open, but ਜਿਹੜੀ ਕਿ priority ਹੈ that is only given to the students and the family sponsorship candidates, family class ਦੇ ਅੰਡਰ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਵਾ। ਅਤੇ ਉਹਦੀ ਵੀ ਤੁਸੀਂ ਡਾਇਰੈਕਟ ਵਾਕ ਇਨ ਨਹੀਂ ਜਾ ਸਕਦੇ, ਯੂ ਨੀਡ ਟੂ ਟੇਕ ਦੀ ਅਪੁਆਇੰਟਮੈਂਟ। ਐਂਡ ਅਪੁਆਇੰਟਮੈਂਟ ਸਿਸਟਮ ਵੀ ਬਿਲਕੁਲ ਹੀ ਚੇਂਜ ਕਰਤਾ ਵਾ, ਇਟ ਹੈਜ਼ ਬੀਨ ਟੋਟਲੀ ਸ਼ਿਫਟਡ। ਅਤੇ ਉਹਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਡਿਟੇਲਸ ਪਾਉਂਦੇ ਹੋ, only then you are able to proceed and take the appointment. And very soon students ਨੇ ਜਿਹੜੇ ਉਹ ਉੱਥੇ ਜਾ ਕੇ VACs ਤਾਂ ਆਪਣੀ ਅਪੁਆਇੰਟਮੈਂਟਸ ਰਜਿਸਟਰ ਕਰਵਾਉਣੀਆਂ ਵੀ ਸਟਾਰਟ ਕਰ ਦੇਣਗੇ ਇਨ ਦ ਕਮਿੰਗ ਵੀਕ ਪ੍ਰੋਬੇਬਲੀ। ਅਤੇ ਇਹਦੇ ਵਿੱਚ ਜਿਹੜੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੀ VACs ਹੁਣ ਓਪਨ ਹੋਈਆਂ ਨੇ ਅਤੇ ਇਹਨਾਂ ਦਾ ਟਰਨ ਅਰਾਊਂਡ ਟਾਈਮ ਕੀ ਹੋਊਗਾ ਤੁਹਾਡੀਆਂ ਐਪਲੀਕੇਸ਼ਨਸ ਦਾ। ਦੇਖੋ, ਇਫ ਯੂ ਹੈਵ ਅਪਲਾਈਡ ਰੀਸੈਂਟਲੀ ਫਿਰ ਤਾਂ ਜੇ ਤੁਸੀਂ ਲਗਾ ਕੇ ਚੱਲੋ ਨੋਰਮਲ ਸਟੱਡੀ ਵੀਜ਼ਾ ਐਪਲੀਕੇਸ਼ਨ ਨੂੰ 25 to 30 ਵਰਕਿੰਗ ਡੇਜ਼ ਯੂਜੂਅਲੀ ਲੱਗਦੇ ਸੀਗੇ, ਜੋ ਕਿ CIC ਦੀ ਵੈਬਸਾਈਟ 'ਤੇ ਵੀ ਗਿਵਨ ਹੁੰਦਾ ਸੀਗਾ। ਬਟ ਹੁਣ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ ਉਹ ਇਨਕਰੀਜ਼ ਹੋ ਗਏ ਨੇ। ਸੋ ਫॉर ਦੈਟ ਯੂ ਹੈਵ ਟੂ ਵੇਟ। ਤੁਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਜੀ ਅਸੀਂ ਐਪਲੀਕੇਸ਼ਨ ਅਸੀਂ ਨਵੰਬਰ ਦੇ ਵਿੱਚ ਸਬਮਿਟ ਕੀਤੀ ਹੈ ਜਾਂ ਅਕਤੂਬਰ 'ਚ ਕੀਤੀ ਹੈ, ਵੀ ਹੈਵ ਸਬਮਿਟਡ ਦੀ ਬਾਇਓਮੈਟ੍ਰਿਕਸ ਐਂਡ ਸਾਡਾ ਜਨਵਰੀ ਇਨਟੇਕ ਹੈ ਐਂਡ ਵੀ ਸ਼ੁੱਡ ਗੈਟ ਦੀ ਆਨਸਰ ਵਿਦਨ ਡੇਜ਼। ਸੋ ਇਹ ਜਿਹੜੀ ਚੀਜ਼ ਹੈ ਇਹ ਵੀ ਦੇਖਣ ਵਾਲੀ ਹੋਏਗੀ, ਨੋਬਡੀ ਕੈਨ ਪ੍ਰੋਡਿਕਟ ਇਟ। ਇਹਦੇ ਵਿੱਚ ਵੀਜ਼ਾਸ ਯੂ ਨੈਵਰ ਨੋ ਕਿ ਦਸੰਬਰ ਦੇ ਵਿੱਚ ਉਹ ਤੁਹਾਨੂੰ ਸੈਂਡ ਕਰਨੇ ਸ਼ੁਰੂ ਕਰ ਦੇਣ, ਪਾਸਪੋਰਟ ਰਿਕੁਐਸਟ ਲੈਟਰਸ
ਐਂਡ ਯੂ ਨੈਵਰ ਨੋ ਕਿ ਉਹ ਤੁਹਾਨੂੰ ਥੋੜ੍ਹਾ ਜ਼ਿਆਦਾ ਟਾਈਮ ਵੀ ਲਗਾ ਸਕਦੇ ਨੇ। ਸੋ ਯੂ ਹੈਵ ਟੂ ਬੀ ਪੇਸ਼ੈਂਟ। ਬਟ ਇੱਕ ਅੱਛੀ ਨਿਊਜ਼ ਹੈ ਕਿ VACs ਨੇ ਓਪਰੇਟ ਕਰਨਾ ਸਟਾਰਟ ਕਰਤਾ ਵਾ ਇੰਡੀਆ ਦੇ ਵਿੱਚ, ਐਂਡ ਮੇਜਰਲੀ ਸਾਰੇ ਸਟੂਡੈਂਟਸ ਦੋਜ਼ ਹੂ ਵਰ ਵੇਟਿੰਗ ਟੂ ਇਨਰੋਲ ਫॉर द ਬਾਇਓਮੈਟ੍ਰਿਕਸ ਉਹ ਹੁਣ ਆ ਕੇ ਆਪਣਾ ਬਾਇਓਮੈਟ੍ਰਿਕ ਇਨਰੋਲਮੈਂਟ ਕਰਵਾ ਕੇ ਤੇ ਦੇ ਕੈਨ ਫਲਾਈ ਟੂ ਕੈਨੇਡਾ once they get the approval of the visa। ਤੇ ਇਹ ਸੀਗੀ ਰਿਗਾਰਡਿੰਗ VAC। ਤੇ ਅਪਾਰਟ ਫਰੋਮ ਦੈਟ ਹੁਣ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੇ ਕਿ ਸਟੂਡੈਂਟਸ ਨੂੰ ਨੋਟ ਕਰ ਲੈਣੀਆਂ ਚਾਹੀਦੀਆਂ ਨੇ, ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਸ ਲਾਈਵ ਸੈਸ਼ਨ 'ਚ। ਇੱਕ ਤਾਂ ਹੈ ਕਿ ਜਿਹੜਾ ਤੁਹਾਡਾ ਕਾਲਜ ਜਾਂ ਯੂਨੀਵਰਸਿਟੀ ਹੈ that should be in the DLI list and it should have a COVID readiness plan। ਤੇ ਇਹ ਬਹੁਤ ਇੰਪੋਰਟੈਂਟ ਅਪਡੇਟ ਹੈ। no matter ਤੁਸੀਂ ਕਿਹੜੇ, ਚਾਹੇ ਉਹ ਪਬਲਿਕ ਕਾਲਜ ਹੈ ਚਾਹੇ ਪ੍ਰਾਈਵੇਟ ਕਾਲਜ ਹੈ, ਹਾਰਡਲੀ ਮੈਟਰਸ। ਐਂਡ ਜੇ ਉਹ ਕੋਵਿਡ ਰੈਡੀਨੈਸ ਪਲਾਨ ਦੇ ਵਿੱਚ ਨਹੀਂ ਹੈਗਾ ਅਤੇ ਤੁਹਾਡੇ ਕੋਲ ਵੀਜ਼ਾ ਅਪਰੂਵਲ ਹੈ, there is no point ਕਿ ਤੁਸੀਂ ਉੱਥੇ ਕੈਨੇਡਾ ਜਾਓ, ਬਿਕੋਜ਼ ਉਹ ਤੁਹਾਨੂੰ CBSA ਦੇ ਆਫਿਸਰਸ, ਜਿਨ੍ਹਾਂ ਨੂੰ ਕਿ ਬਾਰਡਰ ਆਫਿਸਰਸ ਕਿਹਾ ਜਾਂਦਾ, ਇਮੀਗ੍ਰੇਸ਼ਨ ਆਫਿਸਰਸ ਕਿਹਾ ਜਾਂਦਾ ਵਾ, ਉਹ ਤੁਹਾਨੂੰ ਡਿਪੋਰਟ ਕਰ ਸਕਦੇ ਨੇ। ਸੋ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਕਾਲਜ ਜਾਂ ਯੂਨੀਵਰਸਿਟੀ ਹੈ, it can be either public or private, that should be in the COVID readiness plan ਦੇ ਵਿੱਚ ਉਹ ਲਿਸਟਡ ਹੋਵੇ, ਐਂਡ ਉਹਨਾਂ ਕੋਲ ਇਹ ਪਲਾਨ ਹੋਵੇ ਕਿ ਉਹਨਾਂ ਨੇ ਸਟੂਡੈਂਟਸ ਨੂੰ ਕਿਵੇਂ ਉਹਨਾਂ ਦੀਆਂ ਫਿਜ਼ੀਕਲ ਕਲਾਸਿਸ ਸਟਾਰਟ ਕਰਵਾਉਣੀਆਂ ਨੇ। ਸੋ ਇਹ ਜਿਹੜੀ ਪੁਆਇੰਟ ਹੈ that has to be very very carefully noted by the students। ਇਹ ਤੁਸੀਂ ਸਿੰਪਲ ਗੂਗਲ 'ਤੇ ਜਾ ਕੇ CIC-DLI COVID list ਸਰਚ ਕਰ ਲਓ ਐਂਡ ਯੂ ਵਿਲ ਗੈਟ ਦ ਲਿਸਟ। ਉਹਦੇ ਵਿੱਚ ਅੱਗੇ ਜਾ ਕੇ ਤੁਸੀਂ ਆਪਣਾ ਪ੍ਰੋਵਿੰਸ ਸਿਲੈਕਟ ਕਰੋਗੇ। ਫੋਰ ਐਗਜ਼ਾਮਪਲ ਯੂ ਆਰ ਗੋਇੰਗ ਟੂ ਓਨਟਾਰੀਓ ਦੇ ਜਿੰਨੇ ਵੀ ਕੋਵਿਡ ਰੈਡੀਨੈਸ ਪਲਾਨ ਵਾਲੇ ਕਾਲਜਸ ਐਂਡ ਯੂਨੀਵਰਸਿਟੀਜ਼ ਨੇ, ਉਹਨਾਂ ਦੀ ਲਿਸਟ ਆ ਜੂਗੀ। ਸੋ ਯੂ ਨੀਡ ਟੂ ਚੈੱਕ ਇਟ ਫਰੋਮ ਦੇਅਰ। ਅਤੇ ਅਪਾਰਟ ਫਰੋਮ ਦੈਟ, ਜੇ ਤੁਸੀਂ ਹੁਣ ਉੱਥੇ ਫੋਰ ਐਗਜ਼ਾਮਪਲ ਲੈਂਡ ਕਰ ਜਾਂਦੇ ਹੋ ਅਤੇ ਇਮੀਗ੍ਰੇਸ਼ਨ ਆਫਿਸਰਸ ਵਿਲ ਫੋਰ ਸ਼ੋਰ ਆਸਕ ਯੂ ਫੋਰ ਦੀ 14-day ਕੁਆਰੰਟੀਨ ਪਲਾਨ। ਅਤੇ ਤੁਸੀਂ ਇੱਥੋਂ ਹੀ ਉਹ ਸਾਰੀ ਪਲੈਨਿੰਗ ਕਰਕੇ ਜਾਣੀ ਹੈ ਅਕੋਮੋਡੇਸ਼ਨ ਦੀ, ਚਾਹੇ ਤੁਸੀਂ ਕਿਸੇ ਫਰੈਂਡ ਦੇ ਨਾਲ ਸ਼ੇਅਰਡ ਅਕੋਮੋਡੇਸ਼ਨ ਲੈ ਰਹੇ ਹੋ ਜਾਂ ਤੁਹਾਡਾ ਕੋਈ ਰਿਲੇਟਿਵ ਹੈ ਤੁਸੀਂ ਉਹਦੇ ਨਾਲ ਲੈ ਰਹੇ ਹੋ। ਯੂ ਸ਼ੁੱਡ ਗੈਟ ਦ ਥਿੰਗਸ ਅਰੇਂਜਡ ਫਰੋਮ ਇੰਡੀਆ ਓਨਲੀ। ਦੇਰ ਇਜ਼ ਅ ਰੀਜ਼ਨ ਫॉर दैट, ਬਿਕੋਜ਼ ਉਹਨਾਂ ਨੇ ਇਮੀਗ੍ਰੇਸ਼ਨ ਆਫਿਸਰਸ ਵਿਲ ਬੀ ਆਸਕਿੰਗ ਯੂ ਫॉर ਦੀ ਐਡਰੈਸ ਵੇਅਰ ਯੂ ਵਿਲ ਬੀ where you will undergo the quarantine for 14 days, and ਇਹ ਮੈਂਡੇਟਰੀ ਹੈ। ਕੋਈ ਵੀ ਟਰੈਵਲਰ ਹੈ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਹੈ, ਚਾਹੇ ਉਹ ਸਿਟੀਜ਼ਨ ਹੈ, they have to undergo the 14-day quarantine in Canada, and ਉਹਦੇ ਲਈ you should have a proper address ਜਿਹੜਾ ਕਿ ਤੁਸੀਂ ਉੱਥੇ ਪ੍ਰੋਵਾਈਡ ਕਰਨਾ ਵਾ। ਸੋ ਮੇਕ ਸ਼ੋਰ ਯੂ ਮੇਕ ਦੀ ਅਰੇਂਜਮੈਂਟਸ here in India, ਚਾਹੇ ਕੋਈ ਤੁਹਾਡਾ ਨੋਨ ਹੈ, ਫੈਮਿਲੀ ਫਰੈਂਡ ਹੈ, ਚਾਹੇ ਤੁਹਾਡਾ ਕੋਈ ਰਿਲੇਟਿਵ ਹੈ, ਤੁਸੀਂ ਉਹਨਾਂ ਨੂੰ ਪਹਿਲੇ ਕਹਿ ਕੇ ਰੱਖੋ ਕਿ ਉੱਥੇ ਪ੍ਰੋਪਰ ਜਿਹੜਾ ਤੁਹਾਡੀ ਕੁਆਰੰਟੀਨ ਦੀ ਪਲੇਸ ਸ਼ੁੱਡ ਬੀ ਦੇਅਰ। ਐਂਡ ਕੁਆਰੰਟੀਨ ਦੀ ਪਲੇਸ ਦੇ ਵਿੱਚ ਵੀ ਕਦੇ ਕਦੇ ਉਹ ਫਰਦਰ ਕੁਐਸਚਨਸ ਪੁੱਛ ਲੈਂਦੇ ਆ ਦੈਟ ਵੈਦਰ ਦੈਟ ਰੂਮ ਇਜ਼ ਸੈਪਰੇਟ ਔਰ ਬਿਕੋਜ਼ ਯੂ ਡੋਂਟ ਹੈਵ ਟੂ ਗੈਟ ਇਨਵੋਲਵਡ ਵਿਦ ਐਨੀ ਆਫ ਦ ਫੈਮਿਲੀ ਮੈਂਬਰਸ ਓਵਰ ਦੇਅਰ। ਜੇ ਸਪੋਜ਼ ਕਰੋ ਤੁਸੀਂ ਬੇਸਮੈਂਟ ਲਈ ਹੈ ਅਤੇ ਮੇਕ ਸ਼ੋਰ ਕਿ ਉਹ ਜਿਹੜਾ ਰੂਮ ਹੈ ਉਹਦੇ 'ਚ ਬੇਸਿਕ ਅਮੈਨਿਟੀਜ਼ ਪ੍ਰੋਵਾਈਡਡ ਹੋਣ, ਲਾਈਕ ਕਿਚਨ ਐਂਡ ਯੋਰ ਵਾਸ਼ਰੂਮ, ਐਂਡ ਸੋ ਦੈਟ ਤੁਸੀਂ ਐਟਲੀਸਟ ਆਪਣਾ ਜਿਹੜਾ ਫੂਡ ਕੁੱਕ ਕਰ ਸਕੋ ਐਂਡ ਤੁਸੀਂ ਵਾਸ਼ਰੂਮ ਯੂਜ਼ ਕਰ ਸਕੋ ਇਨ ਦ ਟਾਈਮ ਆਫ ਨੀਡ। ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਪਹਿਲੇ ਤੁਹਾਨੂੰ ਮੇਕ ਸ਼ੋਰ ਕਰਨੀਆਂ ਪੈਣੀਆਂ ਨੇ, ਅਦਰਵਾਈਜ਼ ਇਟ ਕੈਨ ਬੀ ਪ੍ਰੋਬਲਮੈਟਿਕ ਫॉर ਯੂ। ਓਕੇ, ਐਂਡ ਜੇ ਤੁਸੀਂ ਚਾਹੁੰਦੇ ਹੋ ਕਿ ਹੁਣ ਸਪੋਜ਼ ਕਰੋ ਯੂ ਆਰ ਅਬਾਊਟ ਟੂ ਲੈਂਡ ਇਨ ਕੈਨੇਡਾ ਐਂਡ ਉੱਥੇ ਸਾਰਾ ਇਮੀਗ੍ਰੇਸ਼ਨ ਪ੍ਰੋਸੈਸ ਦੇ ਅੰਡਰਗੋ ਤੁਹਾਨੂੰ ਜਾਣਾ ਪੈਂਦਾ ਵਾ, ਯੂ ਹੈਵ ਟੂ ਫਿਜ਼ੀਕਲੀ ਸਬਮਿਟ ਯੂਅਰ ਡਾਕੂਮੈਂਟਸ। ਅਤੇ ਉਹਦੇ ਲਈ ਕੈਨੇਡੀਅਨ ਗੌਰਮੈਂਟ ਨੇ ਇੱਕ ਅਰਾਈਵ ਕੈਨ ਐਪ ਹੈ ਜੋ ਕਿ ਗੂਗਲਸ ਪਲੇ ਸਟੋਰ ਐਂਡ ਐਪਲ ਸਟੋਰ 'ਤੇ ਅਵੇਲੇਬਲ ਹੈ। ਅਤੇ ਤੁਸੀਂ 48 ਆਵਰਸ ਬਿਫੋਰ ਲੈਂਡਿੰਗ ਟੂ ਕੈਨੇਡਾ ਉਹਦੇ ਵਿੱਚ ਆਪਣੀ ਸਾਰੀ ਡਿਟੇਲਸ ਫਿਲ ਕਰ ਸਕਦੇ ਹੋ। ਉਹਦੇ ਵਿੱਚ ਬੇਸਿਕ ਡਿਟੇਲਸ ਨੇ ਲਾਈਕ ਯੋਰ ਨੇਮ, ਐਡਰੈਸ, ਯੋਰ ਕੰਟੈਕਟ ਇਨਫੋਰਮੇਸ਼ਨ, ਪਾਸਪੋਰਟ ਨੰਬਰ, ਐਂਡ ਤੁਹਾਡਾ ਕੁਆਰੰਟੀਨ ਐਡਰੈਸ ਕੀ ਹੈ, ਤੁਹਾਡਾ ਕੈਨੇਡੀਅਨ ਨੰਬਰ ਇਨ ਕੇਸ ਆਫ ਐਮਰਜੈਂਸੀ ਕੀ ਹੈ। ਸੋ ਇਹ ਸਾਰੀਆਂ ਡਿਟੇਲਸ ਨੇ ਤੁਸੀਂ ਅਰਾਈਵ ਕੈਨ ਐਪ 'ਤੇ 48 ਆਵਰਸ ਪਹਿਲੇ ਜਾ ਕੇ ਸਬਮਿਟ ਕਰ ਦਿਓ ਤਾਂ ਕਿ ਤੁਹਾਨੂੰ ਐਟ ਦ ਟਾਈਮ ਆਫ ਪੋਰਟ ਆਫ ਐਂਟਰੀ ਤੁਹਾਨੂੰ ਟਾਈਮ ਘੱਟ ਲੱਗੇ ਐਂਡ ਤੁਹਾਡਾ ਜਿਹੜਾ
ਸਾਰਾ ਪ੍ਰੋਸੈਸ ਆ ਉਹ ਹੈਸਲ ਫਰੀ ਰਵੇ। ਸੋ ਮੇਕ ਸ਼ੋਰ ਕਿ ਤੁਸੀਂ 48 ਆਵਰਸ ਬਿਫੋਰ ਫਲਾਈਂਗ ArriveCAN ਐਪ that can be downloaded from Google Play Store and Apple Store, ਉੱਥੇ ਜਾ ਕੇ ਤੁਸੀਂ ਆਪਣੇ ਡਿਵਾਈਸਿਸ ਦੇ ਵਿੱਚ ਇੰਸਟਾਲ ਕਰੋ ਐਂਡ ਉਹਦੇ ਵਿੱਚ ਸਾਰੀ ਆਪਣੀ ਇਨਫੋਰਮੇਸ਼ਨ ਫੀਡ ਕਰਕੇ ਐਂਡ ਉਹਦਾ ਇੱਕ ਰੈਫਰੈਂਸ ਨੰਬਰ ਜਨਰੇਟ ਹੋ ਜਾਂਦਾ ਵਾ। ਸੋ ਕੀਪ ਇਟ ਹੈਂਡੀ ਸੋ ਦੈਟ ਤੁਸੀਂ ਉੱਥੇ ਜਾ ਕੇ ਉਹ ਸ਼ੋਅ ਕਰ ਸਕੋ ਐਂਡ ਦੇ ਵਿਲ ਹੈਵ ਆਲ ਯੋਰ ਇਨਫੋਰਮੇਸ਼ਨ in their computers before even you go over there। ਤੇ ਹੁਣ ਮੇਨ ਜਿਹੜਾ ਪੁਆਇੰਟ ਆਉਂਦਾ ਵਾ ਕਿ ਤੁਸੀਂ ਇੱਥੋਂ ਹੁਣ ਬਹੁਤ ਸਾਰੇ ਸਟੂਡੈਂਟਸ ਨੇ ਅਪਲਾਈ ਕੀਤਾ ਹੋਇਆ ਵਾ ਅਤੇ ਹੁਣ ਦੇ ਆਰ ਵੇਟਿੰਗ ਫॉर देयर ਵੀਜ਼ਾਸ ਅਤੇ ਵੀਜ਼ਾ ਦਾ ਪ੍ਰੋਸੈਸ ਕੀ ਰਹੇਗਾ। ਫੋਰ ਐਗਜ਼ਾਮਪਲ ਯੂ ਹੈਵ ਗਿਵਨ ਦੀ ਬਾਇਓਮੈਟ੍ਰਿਕਸ, ਫਿਰ ਤੁਹਾਨੂੰ ਜਿਹੜੀ IRCC ਵੱਲੋਂ ਇੱਕ ਈਮੇਲ ਆਏਗੀ, ਜਿਹੜਾ ਵੀ ਈਮੇਲ ਐਡਰੈਸ ਤੁਸੀਂ ਪ੍ਰੋਵਾਈਡ ਕੀਤਾ ਵਾ ਉਹਨਾਂ ਨੂੰ, ਅਤੇ ਉਹਦੇ 'ਤੇ ਹੀ ਉਹ ਪਾਸਪੋਰਟ ਰਿਕੁਐਸਟ ਤੁਹਾਨੂੰ ਦੇਣਗੇ ਐਂਡ ਦੈਨ ਯੂ ਹੈਵ ਟੂ ਕੰਟੈਕਟ ਦ ਵੀਜ਼ਾ ਐਪਲੀਕੇਸ਼ਨ ਸੈਂਟਰ ਅਤੇ ਉੱਥੇ ਤੁਹਾਡਾ ਜਿਹੜਾ ਵਾ ਪਾਸਪੋਰਟ ਸਬਮਿਟ ਹੋਊਗਾ ਐਂਡ ਦੈਟ ਵਿਲ ਗੋ ਫॉर ਸਟੈਂਪਿੰਗ। ਸੋ ਉਹ ਪ੍ਰੋਸੈਸ ਰਹੇਗਾ। ਅਤੇ ਹੁਣ ਜਿਹੜੇ ਸਟੂਡੈਂਟਸ ਨੇ ਉਹ ਹੁਣ ਕਨਫਿਊਜ਼ ਨੇ ਬਿਕੋਜ਼ ਥੋੜ੍ਹੇ ਜਿਹੇ ਰੂਲਸ ਚੇਂਜ ਹੋਏ ਨੇ ਆਫਟਰ ਦਿਸ ਕੋਵਿਡ ਵੈਨ ਦੇ ਆਰ ਗੋਇੰਗ ਟੂ ਕੈਨੇਡਾ ਐਂਡ ਦੇ ਆਰ ਅਬਾਊਟ ਟੂ ਲੈਂਡ। ਜਿਹੜੀਆਂ ਤੁਹਾਡੀਆਂ ਬੇਸਿਕ ਨੈਸੈਸਿਟੀਜ਼ ਉੱਥੇ ਤੁਹਾਡੇ ਤੋਂ ਮੰਗੀਆਂ ਜਾਂਦੀਆਂ ਨੇ, ਬੇਸਿਕ ਡਾਕੂਮੈਂਟਸ ਨੇ, that is your offer letter, your GIC receipt should be there and your letter of acceptance from the institution you are studying in ਉਹ have to ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਆਲਰੇਡੀ ਦੱਸਤਾ ਤੁਹਾਡਾ ਐਡਰੈਸ, ਕੁਆਰੰਟੀਨ ਐਡਰੈਸ ਸ਼ੁੱਡ ਬੀ ਦੇਅਰ ਐਂਡ ਹੁਣ ਤੁਸੀਂ ਐਡੀਸ਼ਨਲੀ ਕੀ ਹੋਰ ਲੈ ਕੇ ਜਾਣਾ, ਤੁਸੀਂ ਪ੍ਰਿੰਟ ਆਊਟ ਜ਼ਰੂਰ ਲੈਣਾ ਵਾ ਕਿ ਜਿਹੜਾ ਤੁਹਾਡਾ ਕਾਲਜ ਔਰ ਯੂਨੀਵਰਸਿਟੀ ਹੈ ਦੈਟ ਇਜ਼ ਇਨ ਦ ਲਿਸਟ ਆਫ ਕੋਵਿਡ ਰੈਡੀਨੈਸ ਪਲਾਨ ਔਨ ਦ CIC ਵੈਬਸਾਈਟ। ਚਾਹੇ ਤੁਸੀਂ ਉਹਨੂੰ ਮੋਬਾਈਲ ਦੇ ਵਿੱਚ ਸਕਰੀਨ ਸ਼ਾਟ ਨੂੰ ਰੱਖ ਲਓ ਐਂਡ ਚਾਹੇ ਤੁਸੀਂ ਉਹਦਾ ਪ੍ਰਿੰਟ ਆਊਟ ਲੈ ਲਓ, ਇਟ ਬਿਕਮਸ ਈਜ਼ੀ ਫॉर ਯੂ। ਐਂਡ ਜਿਹੜੀ ਤੁਹਾਨੂੰ ਈਮੇਲਸ ਆਈਆਂ ਨੇ, ਅਸੀਂ ਇਹ ਵੀ ਕਹਾਂਗੇ ਬਿਕੋਜ਼ ਜਿਹੜੇ ਸਟੂਡੈਂਟਸ ਜਾ ਰਹੇ ਨੇ ਉੱਥੇ ਤਾਂ ਉਹਨਾਂ ਤੋਂ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ that they even ask that whether you have received an email from CIC to submit your passport and for the biometrics or not। ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਆਪਣੇ ਮੇਕ ਸ਼ੋਰ ਤੁਸੀਂ ਪ੍ਰਿੰਟ ਲੈ ਕੇ ਰੱਖੋ ਤਾਂ ਕਿ ਉੱਥੇ ਇਨ ਕੇਸ ਬਾਰਡਰ ਆਫਿਸਰਸ ਤੁਹਾਡੇ ਤੋਂ ਡਿਮਾਂਡ ਕਰਦੇ ਨੇ ਅਤੇ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਐਂਡ ਹੁਣ ਆਈ ਟਾਕ ਅਬਾਊਟ ਕਿਊਬਿਕ। ਜਿਹੜੇ ਸਟੂਡੈਂਟਸ ਕਿਊਬਿਕ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀਗਾ ਉਹਨਾਂ ਦਾ ਹੁਣ ਬਹੁਤ ਸਾਰਿਆਂ ਦੇ CAQs ਐਕਸਪਾਇਰ ਹੋ ਚੁੱਕੇ ਨੇ ਅਤੇ ਕੈਨੇਡੀਅਨ ਗੌਰਮੈਂਟ ਵੱਲੋਂ ਇਹ ਇੱਕ ਗੁੱਡ ਨਿਊਜ਼ ਹੈ ਕਿ ਜਿਨ੍ਹਾਂ ਦੇ CAQs ਐਕਸਪਾਇਰ ਹੋਏ ਨੇ ਬਿਟਵੀਨ April 30 ਐਂਡ December 31st 2020 ਦੇ ਵਿੱਚ ਇਹ ਜਿਹੜਾ ਟਾਈਮ ਪੀਰੀਅਡ ਹੈ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਵੀ CAQs ਐਕਸਪਾਇਰ ਹੋਣਗੇ they can travel, they can apply for the application। ਅਤੇ ਜੇ ਉਸ ਤੋਂ ਪਹਿਲੇ ਐਕਸਪਾਇਰ ਹੋਇਆ of course you have to apply for the CAQ once again, but in case your CAQ expires between April 30 2020 and till December 31st 2020 then you can use that expired CAQ for lodging your application and ਤੁਸੀਂ ਉਸ ਚੀਜ਼ ਦੇ ਨਾਲ ਆਪਣੀ ਐਪਲੀਕੇਸ਼ਨ ਵੀ ਲੌਂਚ ਕਰ ਸਕਦੇ ਹੋ ਐਂਡ ਯੂ ਕੈਨ ਯੂਜ਼ ਇਟ ਐਟ ਦ ਟਾਈਮ ਆਫ ਟਰੈਵਲ ਐਸ ਵੈਲ। ਅਤੇ ਹੁਣ ਬਹੁਤ ਸਾਰੇ ਸਟੂਡੈਂਟਸ ਨੇ ਔਨਲਾਈਨ ਸਟੱਡੀਜ਼ ਆਲਰੇਡੀ ਸਟਾਰਟ ਕਰ ਲਈਆਂ ਸੀਗੀਆਂ ਇੱਥੇ ਬੈਠ ਕੇ ਬਿਕੋਜ਼ ਉਹਨਾਂ ਦੇ ਇੰਸਟੀਟਿਊਸ਼ਨਸ ਜਿਹੜੇ ਕਿ ਪ੍ਰੋਵਾਈਡ ਕਰ ਰਹੇ ਸੀਗੇ ਔਨਲਾਈਨ ਸੈਸ਼ਨਸ। ਸੋ ਇਹ ਵੀ ਇੱਕ ਕੁਐਸਚਨ ਹੈ ਜਿਹੜਾ ਕਿ ਉੱਥੇ ਬਾਰਡਰ ਆਫਿਸਰਸ ਸਟੂਡੈਂਟਸ ਨੂੰ have to they will ask that whether your institution was providing the online classes for this course or not, and you cannot fool them, okay? So you have to be very honest that yes the classes were going on। je tusi attend kittiyan ne ta well and good, you can get the course completion or the your attendance sheet from the college or the university। ਉਹਨਾਂ ਤੋਂ ਤੁਸੀਂ ਡਿਮਾਂਡ ਕਰੋ ਜਾਂ ਉਸ ਚੀਜ਼ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਰੱਖੋ so that ਤੁਸੀਂ ਉੱਥੇ ਬਾਰਡਰ ਆਫਿਸਰਸ ਨੂੰ ਸ਼ੋਅ ਕਰ ਸਕੋ that yes see this is my attendance and I've attended the online classes for this course and now since the travel is open for the students I'm coming here to Canada to attend the physical classes। ਅਤੇ ਜੇ ਤੁਸੀਂ ਅਟੈਂਡ ਨਹੀਂ ਕੀਤੀਆਂ then you should have a very very solid reason why you did not attend the classes। ਹੁਣ ਇੱਕ ਬੜਾ ਕਾਮਨ ਰੀਜ਼ਨ ਸੀਗਾ ਜਿਹੜੇ ਕਿ ਬਹੁਤ ਸਾਰੇ ਸਟੂਡੈਂਟਸ ਨੇ ਇਹ ਚੀਜ਼ ਫਲੋਟ ਕਰਨੀ ਸ਼ੁਰੂ ਕਰਤੀ ਸੀ that there is a problem of internet connectivity at their place where they are living। ਅਤੇ ਉਹਦੇ ਕਰਕੇ ਅਸੀਂ ਔਨਲਾਈਨ ਕਲਾਸਿਸ ਨਹੀਂ ਲੈ ਸਕੇ।
ਤੇ ਇਹ ਕੋਈ ਵੈਲਿਡ ਰੀਜ਼ਨ ਦੇਖਿਆ ਜਾਵੇ ਤਾਂ ਨਹੀਂ ਹੈ, ਬਿਕੋਜ਼ ਐਵਰੀਬਡੀ ਇਜ਼ ਯੂਜ਼ਿੰਗ ਇਟ। ਜੇ ਤੁਹਾਡੇ ਕੋਲ ਕੁਝ ਸੋਲਿਡ ਰੀਜ਼ਨ ਹੈ ਫॉर ਨੋਟ ਅਟੈਂਡਿੰਗ ਦ ਕਲਾਸਿਸ, ਉਹੀ ਪ੍ਰੋਵਾਈਡ ਕਰਿਓ। just don't give bogus excuses to them. They might even deport you on that. So be very careful students ਦੇ ਲਈ। ਇਹ ਜਿਹੜੀਆਂ ਇਨਫੋਰਮੇਸ਼ਨ ਹੈ ਇਹ ਛੋਟੇ ਛੋਟੇ ਪੁਆਇੰਟਸ ਮੈਂ ਕਵਰ ਕਰਕੇ ਤਾਂ ਹੀ ਦੱਸ ਰਿਹਾ, ਸੋ ਦੈਟ ਸਟੂਡੈਂਟਸ ਦੋਜ਼ ਹੂ ਆਰ ਅਬਾਊਟ ਟੂ ਲੈਂਡ ਇਨ ਕੈਨੇਡਾ ਦ ਕਮਿੰਗ ਡੇਜ਼ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ। ਅਤੇ ਮੈਕਸੀਮਮ ਮੇਕ ਸ਼ੋਰ ਤੁਸੀਂ ਕਰਨਾ ਵਾ ਕਿ ਇਨ ਕੇਸ ਤੁਸੀਂ ਮੇ ਇਨਟੇਕ ਦੇ ਵਿੱਚ ਇਨਰੋਲਡ ਸੀਗੇ ਐਂਡ ਜੂਨ ਜੁਲਾਈ ਤੋਂ ਤੁਹਾਡੀਆਂ ਆਨਲਾਈਨ ਕਲਾਸਿਸ ਸ਼ੁਰੂ ਹੋ ਗਈਆਂ, at a maximum you can only complete your course online, that is 50% of your course, not more than that. I already CIC ਦੀ website ਤੇ given ਹੈ, and in case ਤੁਹਾਡੇ college ਜਾਂ university ਤੁਹਾਨੂੰ ਜ਼ਿਆਦਾ ਪੜ੍ਹਾ ਵੀ ਨਹੀਂ ਸਕਦੇ 50% ਤੋਂ ਜ਼ਿਆਦਾ, because it is hardly one semester. ਸੋ ਜਿਨ੍ਹਾਂ ਨੇ 1 semester complete ਕਰ ਲਿਆ ਵਾ, ਕਈਆਂ ਦੇ exams ਵੀ ਹੋ ਗਏ ਨੇ, so they should have the semester completion application or the letters from their colleges or the universities. So all these documents are required once you land in Canada. So you have to make sure that apart from the basic documents, that is your GIC receipt, your letter of acceptance, you should have the printout of the college or the university's name in the COVID readiness plan on the CIC website, and the emails you have received from the CIC for the submission of your passport and biometrics. And in case you have attended the course online, you should have the attendance sheet or the course completion letter or the certificate from the institution. So keep these things handy with yourself. So these were all the points which I discussed with you people regarding the Canada study visa updates. And in case at the beginning of the session there was one question, if I have a hostel and food accommodation in Canada, do I still need a GIC account? Firstly, if you are from India, of course you need a GIC account, because it is basically the requirement as per the Canadian immigration that 5 countries, the candidates, those who are coming from the 5 countries, they are listed on the website, that is India, Sri Lanka, Pakistan, Philippines and Vietnam. So if in case you are from either of one of these countries, you need to have a GIC account, and that should have a balance of at least 10,000 Canadian dollars. So this is mandatory for your study visa application. And there was one more question. Okay, there was one person who is asking, can you provide the work permit visa? So sir, I just want to tell you that this live session is only for the Canada study visa, and you can separately direct message me or you can WhatsApp me on the given number so that I can provide you the information regarding that. Thank you. Okay, and the another question is that which flights are open? Okay, so as of now, as per my knowledge, we don't do the air ticketing and all, but as per my knowledge, only Air India and Air Canada are operating the flights from India to Canada, and you have to check their websites, or you have to check with the air ticketing agents for that. Of course, the rates will be on the higher side, because this is the peak time when many students and travelers will be traveling to Canada. So, but I would rather suggest that you check the direct websites of Air India and Air Canada so that you can get the good rates. And I think this was the major concern with the students which I shared with you in the video, that what are the problems that our students, those who are traveling to Canada, are facing, and ਉਹ ਮੈਂ ਅੱਜ ਸਾਰੀਆਂ ਤੁਹਾਡੇ ਨਾਲ ਇਹ ਵਾਲੇ ਪੁਆਇੰਟਸ ਨੇ ਕਵਰ ਕਰਤੇ ਨੇ। ਇਨ ਕੇਸ ਕਿਸੇ ਦੀ ਕੋਈ ਇੰਡੀਵਿਜੂਅਲ ਕੁਐਰੀ ਹੈ, they can text me on the WhatsApp number, it is given in the bio, and ਮੈਂ ਰਿਪੀਟ ਵੀ ਕਰ ਦੇਣਾ, 7999464000, ਜਾਂ ਉਹ ਸਾਨੂੰ ਈਮੇਲ ਕਰ ਸਕਦੇ ਨੇ ਜਾਂ ਡਾਇਰੈਕਟ ਮੈਸੇਜ ਕਰ ਸਕਦੇ ਨੇ। ਸੋ ਜੇ ਕਿਸੇ ਹੋਰ ਨੂੰ ਕੁਐਰੀ ਹੈ ਤਾਂ ਪਲੀਜ਼ ਮੇਕ ਸ਼ੋਰ ਤੁਸੀਂ ਉਹਨੂੰ ਇੱਥੇ ਹੀ
clear करके जाओ before traveling, so that ਤੁਹਾਨੂੰ as soon as you land in Canada you don't get into any problem. So that because of course ਤੁਹਾਡੀ ਇੱਕ short interview ਉੱਥੇ conduct ਹੁੰਦੀ ਆ immigration officers ਤੇ CBSE officers ਦੇ ਨਾਲ, so make sure you have all the things handy with yourself and you don't land in any sort of problem. So this was all in today's session. I hope ਤੁਹਾਡੀਆਂ ਜਿਹੜੀਆਂ ਮੇਜਰ ਕੁਐਰੀਜ਼ ਸੀਗੀਆਂ ਉਹ ਸਾਰੀਆਂ ਕਲੀਅਰ ਹੋ ਗਈਆਂ ਨੇ. Again I would say ਕਿ ਜੇ ਕਿਸੇ ਨੂੰ ਇੰਡੀਵਿਜੂਅਲ ਕੁਐਸਚਨ ਆ ਜਾਂ ਕੁਐਰੀ ਆ, he or she can direct message me over here or they can text me over the WhatsApp. I'll respond to them. Okay, thank you. Have a nice day. Stay healthy, stay safe. Bye-bye.